ਹੈਲੋ ਮਾਈ ਆਨਲਾਈਨ ਕਲਾਸ ਸਟੂਡੈਂਟਸ। ਆਈ ਹੋਪ ਤੁਸੀਂ ਸਾਰੇ ਜਾਣੇ ਵਧੀਆ ਹੋਣਗੇ। ਤੇ ਗਾਈਜ਼, ਕਲਾਸ ਸਟਾਰਟ ਕਰਨ ਤੋਂ ਪਹਿਲਾਂ ਅੱਜ ਜੋ ਆਪਾਂ ਡਿਸਕਸ਼ਨ ਕਰਨੀ ਆ ਉਹ ਕਿਹਦੇ ਬਾਰੇ ਹੋਏਗੀ? ਰੀਡਿੰਗ ਮੋਡਿਊਲ ਦੇ ਬਾਰੇ ਹੋਏਗੀ। ਠੀਕ ਹੈ, ਤੁਹਾਨੂੰ ਪਤਾ ਮੈਂ ਰੋਜ਼ ਥੋੜ੍ਹਾ ਜਿਹਾ ਇੰਟਰੋਡਕਸ਼ਨ ਦੇ ਦਿੰਦੀ ਹੁੰਦੀ ਹਾਂ ਸੋ ਦੈਟ ਕਿ ਤੁਹਾਨੂੰ ਤੁਹਾਡੀ ਮਿਸਟੇਕਸ ਦੇ ਬਾਰੇ ਪਤਾ ਹੋਵੇ। ਜਿੰਨੀ ਦੇਰ ਤੱਕ ਤੁਹਾਨੂੰ ਤੁਹਾਡੀ ਮਿਸਟੇਕਸ ਦੇ ਬਾਰੇ ਨਹੀਂ ਪਤਾ ਤਾਂ ਇੰਪਰੂਵਮੈਂਟ ਕਿਵੇਂ ਹੋਏਗੀ? ਕਿਉਂਕਿ ਇੱਕ ਪਰਸਨ ਜਿਹੜਾ ਆਪਣੀ ਮਿਸਟੇਕਸ ਤੋਂ ਹੀ ਸਿੱਖਦਾ ਆ। ਜੇ ਤੁਹਾਨੂੰ ਪਤਾ ਨਹੀਂ ਤੁਸੀਂ ਇਸ ਚੀਜ਼ ਦੇ ਵਿੱਚ ਮਿਸਟੇਕਸ ਕਰ ਰਹੇ ਹੋ ਸੋ ਤੁਸੀਂ ਉਹਨੂੰ ਇੰਪਰੂਵ ਕਿਵੇਂ ਕਰੋਗੇ? ਹੁਣ ਮੋਸਟ ਆਫ ਦ ਸਟੂਡੈਂਟ ਜਿਹੜੇ ਨਿਊ ਮੇਰੇ ਤੋਂ ਆਏ ਆ ਉਹਨਾਂ ਨੂੰ ਮੇਜਰ ਪ੍ਰੋਬਲਮ ਕਿਹਦੇ ਵਿੱਚ ਆ? ਰੀਡਿੰਗ ਦੇ ਵਿੱਚ ਆ। ਕਿਉਂਕਿ ਕਿਸੇ ਦੇ 4 ਬੈਂਡ, ਕਿਸੇ ਦੇ 4.5 5.5 ਇੰਨੇ ਹੀ ਆਏ ਆ। ਟੂ ਬੀ ਓਨੈਸਟ, ਜਿਹੜੇ ਮੇਰੇ ਪ੍ਰੀਵੀਅਸ ਸਟੂਡੈਂਟ ਆ ਉਹਨਾਂ ਦੇ ਵੀ ਇੰਨੇ ਹੀ ਆਉਂਦੇ ਸੀ। ਉਹਨਾਂ ਨੇ ਕਿਵੇਂ ਇੰਪਰੂਵ ਕੀਤਾ ਉਹ ਅੱਜ ਮੈਂ ਤੁਹਾਨੂੰ ਦੱਸਾਂਗੀ ਕਿ ਕੀ ਉਹਨਾਂ ਨੂੰ ਮੈਂ ਟਿਪਸ ਐਂਡ ਟ੍ਰਿਕਸ ਦਿੱਤੀਆਂ ਸੀ ਜਿਹਦੇ ਕਰਕੇ ਉਹਨਾਂ ਦੇ ਵਿੱਚ ਇੰਨੀ ਜ਼ਿਆਦਾ ਇੰਪਰੂਵਮੈਂਟ ਹੋਈ ਆ। ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਸੋਚਣਾ ਬੰਦ ਕਰ ਦਿਓ ਕਿ ਰੀਡਿੰਗ ਔਖੀ ਹੁੰਦੀ ਆ। ਠੀਕ ਹੈ, ਕਿਉਂਕਿ ਤੁਹਾਡੇ ਮਾਈਂਡ ਦੇ ਵਿੱਚ ਇਹ ਚੀਜ਼ ਪਹਿਲਾਂ ਹੀ ਭਰੀ ਹੋਈ ਹੁੰਦੀ ਆ ਕਿ ਆਇਲਸ ਦਾ ਰੀਡਿੰਗ ਮੋਡਿਊਲ ਸਭ ਤੋਂ ਔਖਾ ਮੋਡਿਊਲ ਆ। ਠੀਕ ਹੈ, ਇਹਨੂੰ ਤੁਸੀਂ ਛੱਡ ਦਿਓ। ਹੁਣ ਜੇ ਉਸ ਬੱਚੇ ਦੇ ਪਹਿਲਾਂ ਆ ਰਹੀ ਸੀ 4.5 ਅਤੇ ਅੱਜ ਉਹ 7.5 ਲੈ ਰਿਹਾ ਆ ਰੀਡਿੰਗ ਦੇ ਵਿੱਚੋਂ, ਉਹ ਕਿਵੇਂ ਪੋਸੀਬਲ ਆ? ਅੱਜ ਉਸ ਚੀਜ਼ ਨੂੰ ਆਪਾਂ ਡਿਸਕਸ ਕਰਾਂਗੇ। ਸਟਾਰਟਿੰਗ ਦੇ ਵਿੱਚ ਉਹ ਵੀ ਇੱਕ ਤੁਹਾਡੇ ਵਰਗਾ ਹੀ ਪਰਸਨ ਸੀ ਬਟ ਹੁਣ ਉਹ ਇੰਨੇ ਲੈ ਰਿਹਾ ਆ ਕਿਵੇਂ? ਉਹ ਅੱਜ ਆਪਾਂ ਡਿਸਕਸ ਕਰਨਾ ਕਿ ਹਾਊ, ਕੀ ਰੀਜ਼ਨ ਆ ਤੁਹਾਡੇ ਕਿਉਂ ਨਹੀਂ ਬੈਂਡ ਆਉਂਦੇ ਰੀਡਿੰਗ ਦੇ ਵਿੱਚੋਂ? ਕੀ ਰੀਜ਼ਨ ਹੈਗਾ ਇਸ ਦੇ ਪਿੱਛੇ ਉਹ ਦੇਖਾਂਗੇ। ਸਭ ਤੋਂ ਪਹਿਲਾਂ ਤੁਹਾਨੂੰ ਮੈਂ ਦੱਸਿਆ ਹੋਇਆ ਕਿ ਇਹ ਗੱਲ ਮਾਈਂਡ ਦੇ ਵਿੱਚੋਂ ਕੱਢ ਦਿਓ ਕਿ ਰੀਡਿੰਗ ਔਖੀ ਹੁੰਦੀ ਆ। ਠੀਕ ਹੈ, ਪ੍ਰੋਬਲਮ ਤਾਂ ਬਹੁਤ ਜ਼ਿਆਦਾ ਆ ਰੀਡਿੰਗ ਦੇ ਵਿੱਚ। ਫਸਟ ਆਫ ਆਲ ਮੈਮ ਲੋਕੇਸ਼ਨ ਫਾਈਂਡ ਆਊਟ ਕਰਨਾ ਨਹੀਂ ਆਉਂਦਾ। ਮੈਮ ਕੀਵਰਡ ਕਿਹੜੇ ਹੁੰਦੇ ਆ? ਮੈਮ ਸਾਡਾ ਕੰਸਨਟ੍ਰੇਸ਼ਨ ਨਹੀਂ ਬਣਦਾ ਹੈਗਾ। ਮੈਮ ਲੋਕੇਸ਼ਨ ਤਾਂ ਮਿਲ ਜਾਂਦੀ ਆ ਬਟ ਆਨਸਰ ਆਪਾਂ ਨੂੰ ਨਹੀਂ ਮਿਲਦਾ। ਠੀਕ ਹੈ, ਬਹੁਤ ਤਰ੍ਹਾਂ ਦੀਆਂ ਪ੍ਰੋਬਲਮਸ ਆਉਂਦੀਆਂ ਆ। ਇਹਨਾਂ ਪ੍ਰੋਬਲਮਸ ਨੂੰ ਸੋਲਵ ਕਿਵੇਂ ਕਰਨਾ ਆ ਉਹ ਵੀ ਚੀਜ਼ ਇੰਪੋਰਟੈਂਟ ਆ ਕਿ ਇਸ ਚੀਜ਼ ਨੂੰ ਕਿਵੇਂ ਮਿਟੀਗੇਟ ਕਰਨਾ ਆ। ਠੀਕ ਹੈ, ਅੱਜ ਤੁਹਾਨੂੰ ਮੈਂ ਸਟੈਪ ਬਾਏ ਸਟੈਪ ਚੀਜ਼ਾਂ ਕੁਛ ਦੱਸਾਂਗੀ ਕਿ ਕਿਵੇਂ ਕਰਨਾ ਹੁੰਦਾ ਆ। ਮੈਮ ਰੀਡਿੰਗ ਬਹੁਤ ਬੋਰਿੰਗ ਲੱਗਦਾ ਆ। ਠੀਕ ਹੈ, ਸਾਰਿਆਂ ਨੂੰ ਬਹੁਤ ਬੋਰਿੰਗ ਲੱਗਦੀ ਆ। ਕਰਨਾ ਕਿਵੇਂ ਆ ਉਹ ਮੈਂ ਤੁਹਾਨੂੰ ਦੱਸਾਂਗੀ। ਸਭ ਤੋਂ ਪਹਿਲਾਂ ਤੁਹਾਨੂੰ ਕੋਈ ਵੀ ਜ਼ਰੂਰਤ ਨਿਊਜ਼ਪੇਪਰ ਬੁੱਕ ਰੀਡ ਕਰਨ ਦੀ ਨਹੀਂ ਆ। ਪਰਸਨਲੀ ਦੱਸ ਰਹੀ ਹਾਂ, ਜਦੋਂ ਮੈਂ ਖੁਦ ਪ੍ਰੈਪਰੇਸ਼ਨ ਕਰ ਰਹੀ ਸੀ ਮੈਂ ਕਦੀ ਕੋਈ ਨਿਊਜ਼ਪੇਪਰ, ਕਦੀ ਕੋਈ ਬੁੱਕ ਨੂੰ ਰੀਡ ਨਹੀਂ ਕੀਤਾ ਸੀ। ਠੀਕ ਹੈ, ਇਹ ਮੇਰਾ ਪਰਸਨਲ ਐਕਸਪੀਰੀਅੰਸ ਆ ਕਿਉਂਕਿ ਮੇਰਾ ਇੰਟਰਸਟ ਹੀ ਨਹੀਂ ਸੀਗਾ ਕੁਛ ਰੀਡ ਕਰਨ ਦੇ ਵਿੱਚ। ਮੈਂ ਕਦੀ ਕੁਛ ਰੀਡ ਕੀਤਾ ਹੀ ਨਹੀਂ। ਠੀਕ ਹੈ, ਅਤੇ ਫਿਰ ਮੈਂ ਆਪਣੀ ਰੀਡਿੰਗ ਨੂੰ ਇੰਪਰੂਵ ਕਿਵੇਂ ਕੀਤਾ ਉਹ ਤੁਹਾਨੂੰ ਮੈਂ ਦੱਸਦੀ ਹਾਂ। ਦੇਖੋ, ਸਭ ਤੋਂ ਪਹਿਲਾਂ ਮੈਂ ਇੱਕ ਜਸਟ ਸਿੰਪਲ ਟੈਸਟ ਜਿਹੜਾ ਸੀ ਪਿਕ ਕੀਤਾ ਸੀਗਾ। ਠੀਕ ਹੈ, ਇੱਕ ਸਿੰਪਲ ਟੈਸਟ ਮੈਂ ਫਸਟ ਦਿਨ ਦੇ ਵਿੱਚ ਕੀਤਾ ਤਾਂ ਮੈਂ ਦੇਖਿਆ ਕਿ ਮੇਰੇ ਕਿੰਨੇ ਬੈਂਡ ਸਕੋਰ ਆਉਂਦੇ ਆ। ਸੋ ਫਸਟ ਦਿਨ ਮੇਰੇ ਜਿਹੜੇ ਸੀ 18 ਆਏ ਸੀ। ਮੈਨੂੰ ਅੱਜ ਵੀ ਯਾਦ ਆ, ਮੇਰੇ 18 ਆਏ ਸੀਗੇ ਜਦੋਂ ਮੈਂ ਫਸਟ ਟਾਈਮ ਰੀਡਿੰਗ ਕੀਤੀ ਸੀਗੀ। ਤਾਂ ਉਹਦੇ ਤੋਂ ਮੈਂ ਕਿਵੇਂ ਆਪਣੇ ਬੈਂਡ ਸਕੋਰ ਇੰਪਰੂਵ ਕੀਤੇ ਆ, ਕਿਹੜੀਆਂ ਟਿਪਸ ਐਂਡ ਟ੍ਰਿਕਸ ਮੈਂ ਅਪਲਾਈ ਕੀਤੀਆਂ ਹੈ, ਕਿਵੇਂ ਮੈਂ ਆਪਣੀ ਆਇਲਸ ਨੂੰ ਕਰੈਕ ਕੀਤਾ ਆ ਵਿਦਆਊਟ ਕੋਚਿੰਗ, ਉਹ ਤੁਹਾਨੂੰ ਦੱਸਾਂਗੀ। ਠੀਕ ਹੈ, ਪ੍ਰੋਬਲਮਸ ਤਾਂ ਤੁਹਾਨੂੰ ਵੀ ਬਹੁਤ ਜ਼ਿਆਦਾ ਹੈ ਰੀਡਿੰਗ ਦੇ ਵਿੱਚ, ਅਤੇ ਯੂਟਿਊਬ ਦੇ ਉੱਤੇ ਵੀ ਮੈਨੂੰ ਬਹੁਤ ਜ਼ਿਆਦਾ ਮੈਸੇਜਿਸ ਆਉਂਦੇ ਆ ਮੈਮ ਰੀਡਿੰਗ 'ਚ ਬੈਂਡ ਸਕੋਰ ਨਹੀਂ ਆਉਂਦੇ, ਰੀਡਿੰਗ ਨੂੰ ਕਿਵੇਂ ਇੰਪਰੂਵ ਕਰੇ। ਸੋ ਸਭ ਕੁਝ ਦੱਸਾਂਗੀ ਕਿ ਕੀ ਟਿਪਸ ਹੈਗੀਆਂ। ਸਭ ਤੋਂ ਪਹਿਲਾਂ ਕਲਾਸ ਦੇ ਵਿੱਚ ਰੋਜ਼ ਦੀ ਇੱਕ ਟਾਈਪ ਮੈਂ ਡਿਸਕਸ ਕਰਨੀ ਆ। ਰੋਜ਼ ਦੀ ਇੱਕ ਟਾਈਪ ਮੈਂ ਡਿਸਕਸ ਕਰਨੀ ਆ। ਸਪੋਜ਼ ਕਰੋ ਅੱਜ ਮੈਂ ਤੁਹਾਡੇ ਨਾਲ ਡਿਸਕਸ ਕਰਾਂਗੀ ਫਿਲਿੰਗ ਦੀ ਬਲੈਂਕਸ। ਸੋ ਤੁਸੀਂ ਅੱਜ ਸਿਰਫ ਘਰ ਕੀ ਕਰਨੀਆਂ ਆ? ਫਿਲਿੰਗ ਦੀ ਬਲੈਂਕਸ ਕਰਨੀਆਂ ਆ। ਕੁਝ ਤੁਹਾਨੂੰ ਹੋਰ ਕਰਨ ਦੀ ਜ਼ਰੂਰਤ ਨਹੀਂ ਆ। ਠੀਕ ਹੈ, ਅੱਜ ਜਸਟ ਤੁਸੀਂ ਫਿਲਿੰਗ ਦੀ ਬਲੈਂਕਸ ਕਰੋ। ਕੱਲ੍ਹ ਜਿੱਦਾਂ ਮੈਂ ਕੋਈ ਹੋਰ ਟਾਈਪ ਕਰਾਂਗੀ ਫਿਰ ਤੁਸੀਂ ਉਸ ਟਾਈਪ ਨੂੰ ਕਰਨਾ ਆ। ਠੀਕ ਹੈ, ਹੌਲੀ ਹੌਲੀ ਆਪਾਂ
ਇੱਕ ਪ੍ਰੋਪਰ ਟੈਸਟ ਨੂੰ ਸੋਲਵ ਕਰਨਾ ਆ। ਜੇ ਮੈਂ ਤੁਹਾਨੂੰ ਫਸਟ ਦਿਨ ਦੇ ਵਿੱਚ ਪੂਰਾ ਟੈਸਟ ਦੱਸਦਾ ਤੁਸੀਂ ਕਨਫਿਊਜ਼ ਹੋ ਜਾਓਗੇ, ਤੁਹਾਨੂੰ ਬੋਰਿੰਗ ਲੱਗੇਗਾ। ਹੁਣ ਤੁਹਾਡੀ ਕਲਾਸ ਦੇ ਵਿੱਚੋਂ ਹੀ ਕੱਲ੍ਹ ਮੈਨੂੰ ਕਿਸੇ ਨੇ ਕਿਹਾ ਹੈ ਕਿ ਮੈਮ ਪਹਿਲਾਂ ਮੈਨੂੰ ਰੀਡਿੰਗ ਬਹੁਤ ਜ਼ਿਆਦਾ ਬੋਰਿੰਗ ਲੱਗਦੀ ਆ, ਬਟ ਜਦੋਂ ਤੋਂ ਮੈਂ ਤੁਹਾਡੀ ਕਲਾਸਿਸ ਨੂੰ ਅਟੈਂਡ ਕਰਨਾ ਸਟਾਰਟ ਕੀਤਾ ਆ ਰੀਡਿੰਗ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਹੋ ਗਈ ਆ, ਮੇਰਾ ਕੰਸਨਟ੍ਰੇਸ਼ਨ ਇੰਪਰੂਵ ਹੋਇਆ ਆ। ਕਿਉਂਕਿ ਇਹ ਇੱਕ ਟੀਚਿੰਗ ਦੇ ਵੇ ਦੇ ਉੱਤੇ ਵੀ ਡਿਪੈਂਡ ਹੁੰਦਾ ਆ ਕਿ ਇੱਕ ਟੀਚਰ ਕਿਵੇਂ ਟੀਚ ਕਰ ਰਿਹਾ ਆ। ਸੈਕਿੰਡਲੀ ਇਹ ਵੀ ਚੀਜ਼ ਇੰਪੋਰਟੈਂਟ ਹੁੰਦੀ ਹੈ ਕਿ ਬੱਚਾ ਆਪਣਾ 100% ਦੇ ਰਿਹਾ ਆ ਜਾਂ ਨਹੀਂ ਦੇ ਰਿਹਾ ਆ, ਇਹ ਵੀ ਚੀਜ਼ ਇੰਪੋਰਟੈਂਟ ਆ। ਹੁਣ ਮੈਂ ਤੁਹਾਨੂੰ ਸਾਰੀਆਂ ਟਿਪਸ ਐਂਡ ਟ੍ਰਿਕਸ ਤੁਹਾਨੂੰ ਮੈਂ ਪ੍ਰੋਵਾਈਡ ਕੀਤੀਆਂ ਹੋਈਆਂ ਆ ਆਪਣੇ ਓਲਡ ਸਟੂਡੈਂਟਸ ਨੂੰ। ਸੋ ਦੇਖੋ ਪਹਿਲੇ ਦਿਨ ਮੈਂ ਤੁਹਾਨੂੰ ਇੱਕ ਟਾਈਪ ਕਰਵਾਈ ਸੀ, ਫਿਰ ਤੁਸੀਂ ਉਸ ਦਿਨ ਉਸ ਟਾਈਪ ਦੇ ਕੁਐਸਚਨਸ ਨੂੰ ਸੋਲਵ ਕੀਤਾ, ਜਿਵੇਂ ਫਿਲਿੰਗ ਦੀ ਬਲੈਂਕਸ ਅੱਜ ਕਰਵਾਉਣੀਆਂ ਆ। ਸੋ ਨਿਊ ਸਟੂਡੈਂਟ ਅੱਜ ਸਿਰਫ ਫਿਲਿੰਗ ਦੀ ਬਲੈਂਕਸ ਨੂੰ ਕਰਨਗੇ, ਫੁੱਲ ਰੀਡਿੰਗ ਕਦੀ ਵੀ ਨਹੀਂ ਕਰਨੀ ਆ। 7 ਡੇਜ਼ ਤੁਸੀਂ ਬਸ ਐਵੇਂ ਹੀ ਕਰਨਾ ਆ। ਅੱਜ ਫਿਲਿੰਗ ਦੀ ਬਲੈਂਕਸ, ਕੱਲ੍ਹ ਟਰੂ ਫਾਲਸ, ਲਿਸਟ ਆਫ ਹੈਡਿੰਗ ਐਂਡ ਸੋ ਔਨ, ਜਿੰਨੀਆਂ ਵੀ ਟਾਈਪਸ ਆ ਉਹਨਾਂ ਨੂੰ ਇੱਕ ਦਿਨ ਦੇ ਵਿੱਚ ਸੋਲਵ ਕਰਨਾ ਆ। ਦੈਨ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਆ, 2-3 ਟਾਈਪ ਨੂੰ ਕੰਬਾਈਨ ਕਰਕੇ, ਸਪੋਜ਼ ਕਰੋ ਫਸਟ ਦਿਨ ਤੁਸੀਂ ਕੀ ਕੀਤਾ, ਟਰੂ ਫਾਲਸ ਕੀਤੇ, ਯੈਸ ਨੋ ਨਾਟ ਗਿਵਨ ਕੀਤੇ, ਪਲੱਸ ਫਿਲਿੰਗ ਦੀ ਬਲੈਂਕਸ ਕੀਤੇ, ਠੀਕ ਹੈ। ਫਿਰ ਤੁਸੀਂ 1 ਵੀਕ ਤੋਂ ਬਾਅਦ 3 ਟਾਈਪ ਨੂੰ ਕੰਬਾਈਨ ਕਰਕੇ ਕਰਨਾ ਸਟਾਰਟ ਕਰ ਦੇਣਾ ਆ। ਫਿਰ ਨੈਕਸਟ ਦਿਨ ਕੋਈ ਹੋਰ ਟਾਈਪ, ਜਿਵੇਂ ਲਿਸਟ ਆਫ ਪੀਪਲ, ਠੀਕ ਹੈ, ਵਿਚ ਪੈਰਾਗ੍ਰਾਫ ਕੰਟੇਨ ਫੋਲੋਇੰਗ ਇਨਫੋਰਮੇਸ਼ਨ, ਲਿਸਟ ਆਫ ਹੈਡਿੰਗਸ, ਇਹਨਾਂ 3 ਚੀਜ਼ਾਂ ਨੂੰ ਕਰ ਲਓ। ਫਿਰ ਜਿਹੜੀਆਂ ਬਾਕੀ ਬਚਦੀਆਂ ਆ ਉਹਨਾਂ ਨੂੰ ਇਨਕਲੂਡ ਕਰ ਲਓ। ਹੁਣ ਇਹਦੇ ਪਿੱਛੇ ਰੀਜ਼ਨ ਕੀ ਆ, ਦੇਖੋ ਹੌਲੀ ਹੌਲੀ ਤੁਹਾਡਾ ਜਿਹੜਾ ਕੰਸਨਟ੍ਰੇਸ਼ਨ ਆ ਉਹ ਇੰਪਰੂਵ ਹੋਵੇਗਾ। ਜੇ ਮੈਂ ਤੁਹਾਨੂੰ ਪਹਿਲੇ ਦਿਨ ਸਾਰੀ ਰੀਡਿੰਗ ਕਰਵਾ ਦਾਂ ਕੁਝ ਸਮਝ ਆਉਣਾ ਨਹੀਂ ਤੁਹਾਨੂੰ, ਇਹ ਗੱਲ ਮੈਂ ਸ਼ੋਰ ਦਿੰਦੀ ਹਾਂ ਕਿ ਤੁਹਾਨੂੰ ਕੁਝ ਸਮਝ ਦੇ ਵਿੱਚ ਨਹੀਂ ਆਊਗਾ। ਸੋ ਜੇ ਤੁਹਾਨੂੰ ਕੁਝ ਸਮਝ ਦੇ ਵਿੱਚ ਨਹੀਂ ਆਊਗਾ ਸੋ ਉਹ ਚੀਜ਼ ਕੀ ਹੋ ਜਾਏਗੀ, ਵੇਸਟਫੁਲ ਹੋ ਜਾਏਗੀ। ਜੋ ਮੈਂ ਪੜ੍ਹਾਇਆ ਉਹ ਸਾਰਾ ਵੇਸਟ ਹੋ ਜਾਏਗਾ। ਸੋ ਅੱਜ ਇੱਕ ਬੱਚੇ ਦੀ ਰੀਡਿੰਗ ਦੇ ਵਿੱਚੋਂ 7 ਬੈਂਡ ਆਏ ਆ, ਉਹ ਵੀ ਜਸਟ ਲੈਸ ਦੈਨ 1 ਮੰਥ ਤੋਂ ਵੀ ਘੱਟ ਦੇ ਵਿੱਚ ਉਹਨਾਂ ਦੇ 7 ਬੈਂਡ ਆਏ ਆ। ਉਹ ਕਿਵੇਂ ਪੋਸੀਬਲ ਹੋ ਪਾਇਆ, ਉਸ ਬੱਚੇ ਦੇ ਹਾਰਡ ਵਰਕ ਦੇ ਉੱਤੇ ਵੀ ਡਿਪੈਂਡ ਆ ਅਤੇ ਉਹਨਾਂ ਨੇ ਟਿਪਸ ਐਂਡ ਟ੍ਰਿਕਸ ਨੂੰ ਫੋਲੋ ਕੀਤਾ। ਹੁਣ ਦੇਖੋ ਕਾਫੀ ਬੱਚੇ ਕੀ ਕਰਦੇ ਆ, ਵੋਕੈਬ ਨੂੰ ਜਿਹਨੂੰ ਆਪਾਂ ਸਿਨੋਨੀਮਸ ਕਹਿ ਦਿੰਦੇ ਆ ਉਹਨੂੰ ਇਗਨੋਰ ਕਰਦੇ ਆ ਰੀਡਿੰਗ ਦੇ ਵਿੱਚ। ਲੇਕਿਨ ਗਾਈਜ਼ ਮੈਂ ਸੱਚ ਦੱਸ ਰਹੀ ਹਾਂ, ਵੋਕੈਬ, ਸਿਨੋਨੀਮ ਇਹ ਬਹੁਤ ਜ਼ਰੂਰੀ ਹੁੰਦੇ ਆ, ਠੀਕ ਹੈ। ਮੈਂ ਤੁਹਾਨੂੰ ਪ੍ਰੋਵਾਈਡ ਕਰਦੀ ਹਾਂ, ਤੁਹਾਨੂੰ ਰੋਜ਼ ਕਲਾਸ ਦੇ ਵਿੱਚ ਦੱਸਦੀ ਹਾਂ ਵੋਕੈਬ ਕਿ ਇਹਦਾ ਮਤਲਬ ਇਹ ਹੁੰਦਾ ਆ, ਠੀਕ ਹੈ। ਅਤੇ ਤੁਸੀਂ ਮੇਰੀ PDF ਜਿਹੜੀ ਵੋਕੈਬ ਵਾਲੀ ਉਹ ਵੀ ਤੁਸੀਂ ਬਾਏ ਕੀਤੀ ਹੋਈ ਆ ਕਾਫੀ ਜ਼ਿਆਦਾ ਸਟੂਡੈਂਟਸ ਨੇ, ਜਿਹਦੇ ਵਿੱਚ ਮੈਂ ਮੋਸਟ ਇੰਪੋਰਟੈਂਟ ਵਰਡ ਲਿਖੇ ਹੋਏ ਆ ਕਿਸ ਦੇ ਨਾਲ ਰਿਲੇਟਡ, ਰੀਡਿੰਗ ਦੇ ਨਾਲ ਰਿਲੇਟਡ, ਜੋ ਜ਼ਿਆਦਾ ਰਿਪੀਟ ਹੁੰਦੇ ਆ, ਠੀਕ ਹੈ। ਰੀਡਿੰਗ ਦੇ ਵਿੱਚ ਉਹ ਵਰਡ ਮੈਂ ਤੁਹਾਨੂੰ ਦਿੱਤੇ ਹੋਏ ਆ ਕਾਫੀ ਜ਼ਿਆਦਾ ਸਟੂਡੈਂਟਸ ਨੂੰ। ਜੇ ਕੋਈ ਨਿਊ ਸਟੂਡੈਂਟਸ ਬਾਏ ਕਰਨਾ ਚਾਹੁੰਦਾ ਆ ਉਹ ਮੈਨੂੰ ਦੱਸ ਸਕਦਾ ਆ, ਪੇਡ ਹੈਗੇ ਆ, ਠੀਕ ਹੈ। ਜਿਨ੍ਹਾਂ ਦੇ ਅੱਜ ਬੈਂਡ ਆਏ ਆ ਉਹਨਾਂ ਨੇ ਵੀ ਉਹ ਵੋਕੈਬ ਨੂੰ ਬਾਏ ਕੀਤਾ ਹੋਇਆ ਸੀ, ਜਸਟ ਉਹਨਾਂ ਨੇ ਉਹਨੂੰ ਰੀਡ ਕੀਤਾ ਤਾਂ ਉਹਨਾਂ ਦੇ ਬੈਂਡ ਸਕੋਰ ਅੱਜ 7 ਆਏ ਆ। ਫਾਈਨਲ ਐਗਜ਼ਾਮ ਦੇ ਵਿੱਚੋਂ ਉਹ ਵੀ ਲੈਸ ਦੈਨ 1 ਮੰਥ ਉਹਨਾਂ ਦੇ 7 ਬੈਂਡ ਆਇਆ। ਸੋ ਗਾਈਜ਼ ਇਹ ਇੱਕ ਤੁਹਾਡੇ ਲਈ ਮੋਟੀਵੇਸ਼ਨ ਦੀ ਤਰ੍ਹਾਂ ਆ ਕਿ ਹਰ ਇੱਕ ਪਰਸਨ ਆ ਉਹ ਐਗਜ਼ਾਮ ਨੂੰ ਕਲੀਅਰ ਕਰ ਸਕਦਾ ਆ। ਤੁਸੀਂ ਵੋਕੈਬ ਦੇ ਉੱਤੇ ਫੋਕਸ ਕਰਿਆ ਕਰੋ, ਜਿਹੜੇ ਜ਼ਿਆਦਾ ਰਿਪੀਟ ਹੁੰਦੇ ਆ ਵਰਡਸ ਉਸ ਚੀਜ਼ ਦੇ ਉੱਤੇ ਫੋਕਸ ਕਰਿਆ ਕਰੋ। ਤੁਹਾਨੂੰ ਡੈਫੀਨੇਟਲੀ ਤੁਹਾਡੇ ਜਿਹੜੇ ਬੈਂਡ ਸਕੋਰ ਆ ਉਹਦੇ ਵਿੱਚ ਇੰਪਰੂਵਮੈਂਟ ਦਿਸਣਾ ਸ਼ੁਰੂ ਹੋ ਜਾਊਗਾ। ਇਸ ਤੋਂ ਇਲਾਵਾ ਇੱਕ ਹੋਰ ਚੀਜ਼ ਬਹੁਤ ਬੱਚੇ ਕਰਦੇ ਆ ਕਿ ਟੈਨਸ਼ਨ ਬਹੁਤ ਲੈਂਦੇ ਆ ਰੀਡਿੰਗ ਮੋਡਿਊਲ ਦੇ ਵਿੱਚ, ਬਹੁਤ ਜ਼ਿਆਦਾ ਸਟ੍ਰੈਸ ਲੈ ਕੇ ਕਰਦੇ ਆ, ਠੀਕ ਹੈ। ਜਿਵੇਂ ਕਿ ਨਿਊ ਸਟੂਡੈਂਟਸ ਆ ਉਹਨਾਂ ਦੇ ਮੈਨੂੰ ਮੈਸੇਜਸ ਆਉਂਦੇ ਆ ਕਿ ਮੈਮ ਜਦੋਂ ਵੀ ਆਪਾਂ ਰੀਡਿੰਗ ਨੂੰ ਸਟਾਰਟ ਕਰਨਾ ਹੁੰਦਾ ਆ ਸਾਡਾ ਬਿਲਕੁਲ ਵੀ ਦਿਲ ਜਿਹੜਾ ਆ ਉਹ ਨਹੀਂ ਕਰਦਾ ਆ ਰੀਡਿੰਗ ਕਰਨ ਨੂੰ। ਬਾਕੀ ਮੋਡਿਊਲ ਆਪਾਂ ਕਰ ਲੈਂਦੇ ਆ ਬਟ ਰੀਡਿੰਗ ਕਰਨ ਨੂੰ ਸਾਡਾ ਬਿਲਕੁਲ ਦਿਲ ਨਹੀਂ ਕਰਦਾ, ਸਾਡਾ ਕੰਸਨਟ੍ਰੇਸ਼ਨ ਇੰਪਰੂਵ ਨਹੀਂ ਹੁੰਦਾ। ਹੁਣ ਦੇਖੋ ਤੁਹਾਡਾ ਕੰਸਨਟ੍ਰੇਸ਼ਨ ਇੰਪਰੂਵ ਕਰਨ ਲਈ ਮੈਂ ਤੁਹਾਨੂੰ ਉਹ ਚੀਜ਼ ਬੋਲੀ ਸੀ ਕਿ ਇੱਕ ਦਿਨ ਇੱਕ ਟਾਈਪ ਨਾ ਕਰੋ, ਦੈਨ ਇੱਕ ਦਿਨ ਦੇ ਵਿੱਚ 3 ਟਾਈਪ ਕਰੋ, ਕਿਉਂਕਿ ਹੌਲੀ ਹੌਲੀ ਤੁਹਾਡਾ ਕੀ ਹੋਊਗਾ, ਕੰਸਨਟ੍ਰੇਸ਼ਨ ਜਿਹੜਾ ਆ ਉਹ ਅਪ ਹੋਣਾ ਸ਼ੁਰੂ ਹੋ ਜਾਏਗਾ। ਟਿਪਸ ਐਂਡ ਟ੍ਰਿਕਸ ਆਪਾਂ ਰੋਜ਼ ਡਿਸਕਸ ਕਰਾਂਗੇ,
ਉਹ ਟਿਪਸ ਐਂਡ ਟ੍ਰਿਕਸ ਨੂੰ ਤੁਸੀਂ ਅਪਲਾਈ ਕਰਨਾ ਆ, ਡੈਫੀਨੇਟਲੀ ਤੁਹਾਡੇ ਬੈਂਡ ਸਕੋਰ ਜਿਹੜੇ ਆ ਉਹ 7.5 ਤੱਕ ਵੀ ਆਉਣਾ ਸ਼ੁਰੂ ਹੋ ਜਾਣਗੇ। ਹੁਣ ਤੁਹਾਡੀ ਕਲਾਸ ਦੇ ਵਿੱਚ ਇੱਕ ਗਰਲ ਆ, ਉਹਦੇ ਪਹਿਲਾਂ 4.5 ਆਉਂਦੇ ਸੀਗੇ, ਠੀਕ ਹੈ। ਹੁਣ ਅੱਜ ਉਹਦੀ 7.5 ਆਏ ਆ ਮੌਕ ਟੈਸਟ ਦੇ ਵਿੱਚੋਂ। ਉਹਦੇ ਪਿੱਛੇ ਕੀ ਰੀਜ਼ਨ ਆ? ਦੇਖੋ ਗਾਈਜ਼, ਮੈਂ ਇੱਕ ਸਿਸਟਮ ਦੇ ਵਿੱਚ ਤੁਹਾਨੂੰ ਰੀਡਿੰਗ ਕਰਵਾਈ ਆ, ਠੀਕ ਹੈ। ਦੇਖੋ ਕੀ ਸਿਸਟਮ ਹੈ, ਉਹਨੂੰ ਤੁਸੀਂ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰੋ ਕਿ ਕਿਹੜਾ ਸਿਸਟਮ ਸੀ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਬੇਸਿਕ ਤੋਂ ਸਟਾਰਟ ਕੀਤਾ ਸੀ, ਠੀਕ ਹੈ। ਪਹਿਲੇ ਦਿਨ ਜਸਟ ਮੈਂ ਤੁਹਾਨੂੰ ਓਵਰਵਿਊ ਦਿੱਤਾ ਸੀ ਕਿ ਇਹ ਟਾਈਪ ਨੂੰ ਐਵੇਂ ਸੋਲਵ ਕਰਦੇ ਹੁੰਦੇ ਆ, ਠੀਕ ਹੈ। ਸਭ ਕੁਝ ਤੁਹਾਡੇ ਨਾਲ ਡਿਸਕਸ ਮੈਂ ਕੀਤਾ ਹੋਇਆ ਸੀ। ਦੈਨ ਉਸ ਤੋਂ ਬਾਅਦ ਮੈਂ ਕੀ ਕੀਤਾ, ਮੈਂ ਤੁਹਾਨੂੰ ਇਹ ਵੀ ਚੀਜ਼ ਐਕਸਪਲੇਨ ਕੀਤੀ ਹੋਈ ਆ ਕਿ ਜੇ ਤੁਹਾਨੂੰ ਕੋਈ ਇੱਕ ਆਨਸਰ ਨਹੀਂ ਮਿਲਦਾ ਤਾਂ ਉਹਨੂੰ ਸਕਿਪ ਕਰ ਦਿਆ ਕਰੋ, ਰੈਸਟ ਆਫ ਦ ਕੁਐਸਚਨਸ ਨੂੰ ਸੋਲਵ ਕਰੋ। ਹੁਣ ਬੱਚੇ ਕੀ ਕਰਦੇ ਆ, ਜੇ ਉਹਨਾਂ ਦਾ ਇੱਕ ਕੁਐਸਚਨ ਗਲਤ ਹੋ ਜਾਂਦਾ ਹੈ ਨਾ, ਜੋ ਉਹਨਾਂ ਨੂੰ ਮਿਲਦਾ ਨਹੀਂ ਆ, ਉਹ ਉਸ ਦੇ ਬਾਰੇ ਹੀ ਸੋਚਦੇ ਰਹਿੰਦੇ ਆ ਕਿ ਇੱਕ ਆਨਸਰ ਗਲਤ ਹੋ ਗਿਆ, ਇੱਕ ਆਨਸਰ ਗਲਤ ਹੋ ਗਿਆ, ਇੱਕ ਫਾਈਂਡ ਆਊਟ ਨਹੀਂ ਹੋਇਆ ਆਨਸਰ ਆਪਣੇ ਤੋਂ। ਸੋ ਗਾਈਜ਼, ਇੱਕ ਚੀਜ਼ ਨੂੰ ਧਿਆਨ ਵਿੱਚ ਰੱਖੋ, ਇੱਕ ਕੁਐਸਚਨ ਦੇ ਚੱਕਰ ਵਿੱਚ ਤੁਸੀਂ ਬਾਕੀ ਸਾਰੇ ਕੁਐਸਚਨ ਮਿਸ ਕਰ ਰਹੇ ਹੋ, ਠੀਕ ਹੈ। ਇੱਕ ਕੁਐਸਚਨ ਦੇ ਚੱਕਰ ਵਿੱਚ ਤੁਸੀਂ 39 ਕੁਐਸਚਨ ਮਿਸ ਕਰ ਰਹੇ ਹੋ। ਸੋ ਇੱਕ ਕੁਐਸਚਨ ਇੰਪੋਰਟੈਂਟ ਹੈ ਜਾਂ 39 ਜਿਹੜੇ ਬੱਚੇ ਹੋਏ ਆ ਉਹ ਇੰਪੋਰਟੈਂਟ ਹੈ। ਸੋ ਮੇਰਾ ਕਹਿਣ ਦਾ ਮਤਲਬ ਇਹ ਆ ਕਿ ਜੇ ਤੁਹਾਨੂੰ ਕਿਸੇ ਦਾ ਆਨਸਰ ਨਹੀਂ ਮਿਲਦਾ ਆ, ਉਹਨੂੰ ਤੁਸੀਂ ਸਕਿਪ ਕਰ ਦਿਆ ਕਰੋ, ਠੀਕ ਹੈ। ਬਾਕੀ ਤੁਸੀਂ ਮੇਰੇ ਤੋਂ ਔਨਲਾਈਨ ਕਲਾਸਿਸ ਲੈ ਰਹੇ ਹੋ ਤਾਂ ਡੈਫੀਨੇਟਲੀ ਤੁਹਾਡੀ ਜਿਹੜੀ ਇੰਪਰੂਵਮੈਂਟ ਆ ਉਹ ਹੋ ਜਾਏਗੀ ਜੇ ਤੁਸੀਂ ਮੇਰੀ ਟਿਪਸ ਐਂਡ ਟ੍ਰਿਕਸ ਨੂੰ ਅਪਲਾਈ ਕਰਨਾ ਸ਼ੁਰੂ ਕਰ ਦੋਗੇ। ਅਤੇ ਇੱਕ ਹੋਰ ਗੱਲ ਮੈਂ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਮੈਂ ਤੁਹਾਨੂੰ ਬੇਸਿਕ ਤੋਂ ਸਟਾਰਟ ਕੀਤਾ ਹੈਗਾ, ਠੀਕ ਹੈ। ਪਹਿਲੇ ਦਿਨ ਮੈਂ ਤੁਹਾਨੂੰ ਬੇਸਿਕ ਰੀਡਿੰਗ ਕਰਵਾਈ ਸੀ, ਠੀਕ ਹੈ। ਹੁਣ ਮੈਂ ਤੁਹਾਨੂੰ ਹਾਰਡ 'ਤੇ ਲੈ ਕੇ ਆਈ ਹਾਂ। ਜੋ ਐਗਜ਼ਾਮ ਲੈਵਲ ਦੀ ਰੀਡਿੰਗ ਆ ਉਹਦੇ ਵਿੱਚੋਂ ਵੀ ਤੁਹਾਡੇ 6.5 ਆ ਰਹੇ ਆ, ਜੋ ਬਹੁਤ ਹੀ ਜ਼ਿਆਦਾ ਡਿਫਿਕਲਟ ਜਿਹਨੂੰ ਆਪਾਂ ਕਹਿੰਦੇ ਆ, ਉਹਦੇ ਵਿੱਚੋਂ ਤੁਹਾਡੇ 6.5 ਆ ਰਹੇ ਆ। ਅਤੇ ਜੇ ਈਜ਼ੀ ਹੋ ਜੇ ਤਾਂ ਤੁਸੀਂ ਈਜ਼ੀਲੀ 8 ਬੈਂਡ 7.5 ਗੈਟ ਕਰ ਲੈਂਦੇ ਹੋ। ਇਹਦੇ ਪਿੱਛੇ ਕੀ ਰੀਜ਼ਨ ਹੈਗਾ? ਇਹਦੇ ਪਿੱਛੇ ਕੀ ਰੀਜ਼ਨ ਹੈਗਾ ਕਿ ਮੈਂ ਤੁਹਾਨੂੰ ਐਵੇਂ ਕਰਵਾਇਆ, ਪਹਿਲਾਂ ਤੁਹਾਨੂੰ ਈਜ਼ੀ ਕਰਵਾਈ ਆ, ਹੁਣ ਤੁਹਾਨੂੰ ਹਾਰਡ ਕਰਵਾ ਰਹੀ ਹਾਂ, ਤਾਂ ਫਿਰ ਵੀ ਤੁਹਾਡੇ ਜਿਹੜੇ 7 ਤੋਂ ਥੱਲੇ ਨਹੀਂ ਆਉਂਦੇ ਆ। ਉਹਦੇ ਪਿੱਛੇ ਕੀ ਰੀਜ਼ਨ ਹੈਗਾ? ਦੇਖੋ, ਮੈਂ ਇਹ ਚਾਹੁੰਦੀ ਸੀ ਕਿ ਐਗਜ਼ਾਮ ਦੇ ਵਿੱਚ ਜੇ ਤੁਹਾਨੂੰ ਡਿਫਿਕਲਟ ਤੋਂ ਡਿਫਿਕਲਟ ਰੀਡਿੰਗ ਵੀ ਆ ਜੇ, ਫਿਰ ਵੀ ਤੁਹਾਡੇ ਜਿਹੜੇ ਬੈਂਡ ਸਕੋਰ ਆ ਉਹ 7 ਤੋਂ ਘੱਟ ਨਾ ਆਉਣ, ਠੀਕ ਹੈ। ਤੁਹਾਨੂੰ ਮੈਂ ਇੰਨਾ ਕੈਪੇਬਲ ਕਰ ਦਿੱਤਾ ਹੈ ਆਪਣੇ ਪ੍ਰੀਵੀਅਸ ਸਟੂਡੈਂਟਸ ਨੂੰ ਕਿ ਐਗਜ਼ਾਮ ਦੇ ਵਿੱਚ ਕਿਸੇ ਵੀ ਟਾਈਪ ਦੀ ਰੀਡਿੰਗ ਆ ਜਾਏ, ਲੇਕਿਨ 7 ਬੈਂਡ ਤੋਂ ਘੱਟ ਜਿਹੜਾ ਆ ਉਹਨਾਂ ਦਾ ਨਹੀਂ ਆਉਣਾ ਚਾਹੀਦਾ ਆ, ਠੀਕ ਹੈ। ਤੁਹਾਨੂੰ ਮੈਂ ਇੰਨਾ ਕੈਪੇਬਲ ਕੀਤਾ ਆ। ਤੁਸੀਂ ਟਿਪਸ ਐਂਡ ਟ੍ਰਿਕਸ ਨੂੰ ਅਪਲਾਈ ਕਰਦੇ ਹੋ, ਤੁਸੀਂ ਮੇਰੀ ਕਲਾਸ ਨੂੰ ਰੋਜ਼ ਅਟੈਂਡ ਕਰਿਆ ਕਰੋ, ਤੁਹਾਨੂੰ ਡੈਫੀਨੇਟਲੀ ਇਹਦਾ ਬਹੁਤ ਜ਼ਿਆਦਾ ਬੈਨੀਫਿਟ ਆ ਮਿਲੂਗਾ। ਕਿਉਂਕਿ ਰੋਜ਼ ਆਪਾਂ ਇੱਕ ਟਾਈਪ ਨੂੰ ਡਿਸਕਸ ਕਰਦੇ ਹਾਂ। ਜੇ ਫਿਰ ਵੀ ਤੁਹਾਨੂੰ ਕੋਈ ਵੀ ਪ੍ਰੋਬਲਮ ਆਉਂਦੀ ਆ ਰੀਡਿੰਗ ਮੋਡਿਊਲ ਦੇ ਨਾਲ ਰਿਲੇਟਡ, ਕੋਈ ਵਰਡ ਸਮਝ ਨਹੀਂ ਆਉਂਦਾ, ਤੁਸੀਂ ਮੈਨੂੰ ਪੁੱਛ ਸਕਦੇ ਹੋ ਐਨੀ ਟਾਈਮ। ਮੈਂ ਤੁਹਾਨੂੰ ਦੱਸਾਂਗੀ ਕਿ ਉਸ ਦੇ ਵਿੱਚ ਆਪਾਂ ਕਿਵੇਂ ਇੰਪਰੂਵਮੈਂਟ ਕਰ ਸਕਦੇ ਹਾਂ। ਆਇਲਸ ਦੀ ਰੀਡਿੰਗ ਈਜ਼ੀ ਹੁੰਦੀ ਆ ਜੇ ਆਪਾਂ ਇਹਨੂੰ ਇੱਕ ਇੰਟਰਸਟਿੰਗ ਵੇ ਦੇ ਨਾਲ ਸੋਲਵ ਕਰੀਏ। ਤੁਸੀਂ ਇਹਨੂੰ ਬੋਰਿੰਗ ਤਾਂ ਕੰਸੀਡਰ ਨਹੀਂ ਕਰਨਾ ਹੈਗਾ, ਪਹਿਲੀ ਗੱਲ, ਕਿਉਂਕਿ ਤੁਹਾਡੇ ਮਾਈਂਡ ਦੇ ਵਿੱਚ ਇਹ ਚੀਜ਼ ਬਣ ਚੁੱਕੀ ਆ ਕਿ ਡਿਫਿਕਲਟ ਹੁੰਦੀ ਆ, ਬੋਰਿੰਗ ਹੁੰਦੀ ਆ। ਓਨੈਸਟਲੀ ਦੱਸਦੀ ਹਾਂ ਕਿ ਮੇਰਾ ਬਿਲਕੁਲ ਇੰਟਰਸਟ ਨਹੀਂ ਸੀ ਹੁੰਦਾ ਰੀਡਿੰਗ ਦੇ ਵਿੱਚ, ਲੇਕਿਨ ਮੈਂ ਉਹ ਟਿਪਸ ਐਂਡ ਟ੍ਰਿਕਸ ਨੂੰ ਜਦੋਂ ਅਪਲਾਈ ਕਰਦੀ ਸੀ ਤਾਂ ਆਟੋਮੈਟਿਕਲੀ ਮੇਰਾ ਜਿਹੜਾ ਇੰਟਰਸਟ ਆ ਉਹ ਡਿਵੈਲਪ ਜਿਹੜਾ ਆ ਹੋ ਜਾਂਦਾ ਆ। ਹੁਣ ਟਿਪਸ ਐਂਡ ਟ੍ਰਿਕਸ ਮੈਂ ਆਪਣੇ ਪ੍ਰੀਵੀਅਸ ਸਟੂਡੈਂਟਸ ਨੂੰ ਦੇ ਦਿੱਤੀਆਂ ਹੈਗੀਆਂ ਆ। ਡੋਂਟ ਵਰੀ, ਜਿਹੜੇ ਨਿਊ ਸਟੂਡੈਂਟਸ ਹੈਗੇ ਆ ਉਹਨਾਂ ਨੂੰ ਕੋਈ ਵੀ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੈਗੀ ਹੈ, ਕਿਉਂਕਿ ਡੇਲੀ ਬੇਸਿਸ 'ਤੇ ਤੁਹਾਡੀ ਇੰਪਰੂਵਮੈਂਟ ਵੀ ਆ ਉਹ ਡੈਫੀਨੇਟਲੀ ਹੋਏਗੀ। ਬਟ ਤੁਸੀਂ ਵੀ ਆਪਣਾ 100% ਦੇਣਾ ਆ, ਠੀਕ ਹੈ। ਕਿਉਂਕਿ ਇੱਕ ਟੀਚਰ ਅਤੇ ਸਟੂਡੈਂਟ ਜੇ ਦੋਨੋਂ ਹਾਰਡ ਵਰਕ ਕਰਦੇ ਆ ਤਾਂ ਹੀ ਇੰਪਰੂਵਮੈਂਟ ਹੁੰਦੀ ਆ, ਠੀਕ ਹੈ। ਅਤੇ ਜੇ ਕੋਈ ਵੀ ਤੁਹਾਨੂੰ ਪ੍ਰੋਬਲਮ ਆਉਂਦੀ ਆ ਰੀਡਿੰਗ ਮੋਡਿਊਲ ਦੇ ਵਿੱਚ
ਤੁਹਾਡੇ ਬੈਂਡ ਸਕੋਰ ਕਿਉਂ ਨਹੀਂ ਆਉਂਦੇ ਰੀਡਿੰਗ 'ਚੋਂ? ਇਹੀ ਆ ਕਿ ਤੁਸੀਂ ਬਹੁਤ ਜ਼ਿਆਦਾ ਓਵਰਥਿੰਕ ਕਰਦੇ ਹੋ। ਓਵਰਥਿੰਕ ਨਹੀਂ ਕਰਨਾ ਹੈਗਾ, ਠੀਕ ਹੈ? ਓਵਰਥਿੰਕ ਨਹੀਂ ਕਰਨਾ ਹੈਗਾ। ਫਰੀ ਮਾਈਂਡ ਦੇ ਨਾਲ ਹਮੇਸ਼ਾ ਜਿਹੜੀ ਆ ਰੀਡਿੰਗ ਕਰਿਆ ਕਰੋ, ਤੁਹਾਨੂੰ ਇੰਪਰੂਵਮੈਂਟ ਆਪਣੇ ਆਪ ਦੇ ਵਿੱਚ ਦੇਖਣ ਨੂੰ ਮਿਲੇਗੀ। ਹੁਣ ਦੇਖੋ, ਤੁਸੀਂ ਫਸਟ ਟਾਈਮ ਐਗਜ਼ਾਮ ਦਿੱਤਾ, ਤੁਹਾਡੇ 5.5 ਆਏ ਜਾਂ ਫਿਰ 5 ਬੈਂਡ ਆਏ ਸੀਗੇ, ਠੀਕ ਹੈ? ਤੁਸੀਂ ਕੀ ਕਰਨਾ, ਜਿਸ ਵੀ ਇੰਸਟੀਟਿਊਟ ਤੋਂ ਤੁਸੀਂ ਕਰਦੇ ਸੀ ਜਾਂ ਹੁਣ ਤੁਸੀਂ ਮੇਰੇ ਤੋਂ ਕਲਾਸਿਸ ਲੈ ਰਹੇ ਹੋ, ਤੁਸੀਂ ਮੈਨੂੰ ਦੱਸੋ ਕਿ ਮੈਮ ਸਾਨੂੰ ਇਸ ਟਾਈਪ ਦੇ ਵਿੱਚ ਪ੍ਰੋਬਲਮ ਆਉਂਦੀ ਆ, ਠੀਕ ਹੈ? ਜਿਹੜੇ ਟਾਈਪਸ ਦੇ ਵਿੱਚ ਤੁਹਾਨੂੰ ਪ੍ਰੋਬਲਮ ਆਉਂਦੀ ਆ, ਤੁਸੀਂ ਮੇਰੇ ਨਾਲ ਡਿਸਕਸ ਕਰੋ। ਆਪਾਂ ਉਹਦਾ ਇੱਕ ਪ੍ਰੋਪਰ ਸੋਲਿਊਸ਼ਨ ਲੈ ਕੇ ਆਵਾਂਗੇ ਕਿ ਆਪਾਂ ਇਹਨੂੰ ਸੋਲਵ ਕਿਵੇਂ ਕਰ ਸਕਦੇ ਹਾਂ, ਕਿਵੇਂ ਮੈਂ ਤੁਹਾਡੇ ਲਈ ਇੱਕ ਰੀਡਿੰਗ ਨੂੰ ਈਜ਼ੀ ਬਣਾਵਾਂ। ਉਹ ਮੈਂ ਰੋਜ਼ ਸੋਚਦੀ ਹਾਂ, ਰੋਜ਼ ਇਸ ਚੀਜ਼ ਦੇ ਉੱਤੇ ਵਰਕ ਕਰਦੀ ਹਾਂ ਕਿ ਕਿਵੇਂ ਤੁਹਾਨੂੰ ਇੱਕ ਈਜ਼ੀ ਵੇ ਦੇ ਨਾਲ ਅੰਡਰਸਟੈਂਡ ਕਰ ਪਾਵਾਂ। ਹੁਣ ਤੁਹਾਡੇ ਲਿਸਟ ਆਫ ਹੈਡਿੰਗ ਸਾਰਿਆਂ ਦੇ ਕਰੈਕਟ ਹੁੰਦੇ ਆ, ਕਿਉਂ? ਕਿਉਂਕਿ ਮੈਥਡ ਜਿਹੜਾ ਆ ਬਹੁਤ ਹੀ ਯੂਨੀਕ ਹੈਗਾ ਉਸ ਚੀਜ਼ ਦਾ। ਸੋ ਇਹ ਚੀਜ਼ ਨੂੰ ਆਪਣੇ ਮਾਈਂਡ ਦੇ ਵਿੱਚ ਜ਼ਰੂਰ ਰੱਖਿਆ ਕਰੋ ਕਿ ਜੇ ਐਗਜ਼ਾਮ ਨੂੰ ਕਰੈਕ ਕਰਨਾ ਆ ਤਾਂ ਤੁਹਾਨੂੰ ਇੱਕ ਇੰਟਰਸਟਿੰਗ ਵੇ ਦੇ ਨਾਲ ਰੀਡਿੰਗ ਨੂੰ ਸੋਲਵ ਕਰਨਾ ਆ, ਠੀਕ ਹੈ? ਅਤੇ ਟਾਈਮ ਜਿਹੜਾ ਆ ਹਮੇਸ਼ਾ 1 ਆਰ ਦੇ ਵਿੱਚ ਕੰਪਲੀਟ ਕਰਨ ਦੀ ਕੋਸ਼ਿਸ਼ ਕਰਨੀ ਆ, ਠੀਕ ਹੈ? ਅਤੇ ਤੁਹਾਨੂੰ ਸਾਰੇ ਮੈਂ ਟਿਪਸ ਐਂਡ ਟ੍ਰਿਕਸ ਦੱਸ ਚੁੱਕੀ ਹਾਂ ਕਿ ਕਿਵੇਂ ਆਨਸਰਸ ਨੂੰ ਟ੍ਰਾਂਸਫਰ ਕਰਨਾ ਹੁੰਦਾ ਆ, ਕੀ ਪ੍ਰੋਸੀਜਰ ਆ, ਸਭ ਕੁਝ ਤੁਹਾਡੇ ਨਾਲ ਮੈਂ ਡਿਸਕਸ ਕਰ ਦਿੱਤਾ ਆ ਆਲਰੇਡੀ, ਠੀਕ ਹੈ? ਅਤੇ ਇੱਕ ਹੋਰ ਗੱਲ ਬਹੁਤ ਜ਼ਿਆਦਾ ਇੰਪੋਰਟੈਂਟ ਆ, ਰੀਡਿੰਗ ਮੋਡਿਊਲ ਦੇ ਨਾਲ ਰਿਲੇਟਡ ਹੀ ਆ ਉਹ ਇਹ ਹੈ ਕਿ ਬੱਚੇ ਕੀ ਕਰਦੇ ਆ, ਬਹੁਤ ਜ਼ਿਆਦਾ ਓਵਰ ਰੀਡ ਕਰ ਲੈਂਦੇ ਆ। ਓਵਰ ਰੀਡ ਕਰਨ ਦੇ ਨਾਲ ਕੀ ਹੁੰਦੀ ਆ, ਕਨਫਿਊਜ਼ਨ ਹੁੰਦੀ ਆ ਅਤੇ ਤੁਹਾਨੂੰ ਕਦੀ ਵੀ ਐਗਜ਼ੈਕਟ ਆਨਸਰ ਨਹੀਂ ਮਿਲੇਗਾ। ਜਿਹੜੇ ਤੁਹਾਨੂੰ 2 ਆਨਸਰ ਲੱਗਦੇ ਆ ਨਾ, ਉਹ ਕਿਉਂ ਲੱਗਦੇ ਆ? ਕਿਉਂਕਿ ਤੁਸੀਂ ਓਵਰ ਰੀਡ ਕਰਦੇ ਹੋ। ਹੁਣ ਤੁਸੀਂ MCQ ਦੇ ਵਿੱਚ ਤੁਸੀਂ ਮੈਨੂੰ ਕੀ ਕਹਿੰਦੇ ਹੋ ਕਿ ਮੈਮ ਸਾਨੂੰ ਐਵੇਂ ਲੱਗਦਾ ਹੁੰਦਾ ਸੀ ਕਿ ਆਪਸ਼ਨ A ਵੀ ਆ, B ਵੀ ਆ, C ਵੀ ਆ ਆਨਸਰ, ਕਿਉਂਕਿ ਹਰ ਇੱਕ ਵਰਡ ਵਿੱਚ ਕੋਈ ਮੈਚ ਹੋ ਜਾਂਦਾ ਸੀ ਪੈਰਾਗ੍ਰਾਫ ਦੇ ਨਾਲ। ਹੁਣ ਤੁਹਾਨੂੰ ਉਹ ਕਨਫਿਊਜ਼ਨ ਕਿਵੇਂ ਦੂਰ ਹੋਈ ਆ? ਕਿਉਂਕਿ ਤੁਸੀਂ ਓਵਰ ਰੀਡ ਨਹੀਂ ਕਰਦੇ। ਮੈਂ ਤੁਹਾਨੂੰ ਦੱਸਿਆ ਹੋਇਆ ਆ ਕਿ ਕਿੱਥੋਂ ਤੱਕ ਤੁਸੀਂ ਰੀਡ ਕਰਨਾ ਹੁੰਦਾ ਆ, ਠੀਕ ਹੈ? ਉਹ ਸਾਰੀ ਟਿਪ ਐਂਡ ਟ੍ਰਿਕ ਤੁਹਾਨੂੰ ਮੈਂ ਦੱਸੀ ਹੋਈ ਆ ਕਿ ਜੇ ਲਿਸਟ ਆਫ ਪੀਪਲ ਨੂੰ ਸੋਲਵ ਕਰਨਾ ਆ ਤਾਂ ਕਿੱਥੋਂ ਰੀਡ ਕਰਨਾ ਸਟਾਰਟ ਕਰਨਾ ਆ, ਜੇ ਲਿਸਟ ਆਫ ਹੈਡਿੰਗ ਨੂੰ ਕਰਨਾ ਆ, ਠੀਕ ਹੈ? ਅਤੇ ਕਿਵੇਂ ਰੀਡ ਕਰਨਾ, ਹਰ ਇੱਕ ਚੀਜ਼ ਤੁਹਾਡੇ ਨਾਲ ਡਿਸਕਸ ਮੈਂ ਕੀਤੀ ਹੋਈ ਆ। ਜਿਹੜੇ ਨਿਊ ਸਟੂਡੈਂਟ ਆ, ਟੈਨਸ਼ਨ ਨਹੀਂ ਲੈਣੀ, ਮੈਂ ਤੁਹਾਡੇ ਨਾਲ ਡਿਸਕਸ ਕਰਾਂਗੀ ਉਹ ਵੀ ਚੀਜ਼ ਨੂੰ, ਤਾਂ ਡੈਫੀਨੇਟਲੀ ਤੁਹਾਡੀ ਵੀ ਇੰਪਰੂਵਮੈਂਟ ਆ ਉਹ ਬਹੁਤ ਹੀ ਜ਼ਿਆਦਾ ਈਜ਼ੀਐਸਟ ਵੇ ਦੇ ਨਾਲ ਹੋ ਜਾਣੀ ਆ। ਸੋ ਗਾਈਜ਼, ਜੇ ਦੇਖੋ ਤੁਹਾਨੂੰ ਪ੍ਰੋਬਲਮ ਆ ਰਹੀ ਆ, ਸਪੋਜ਼ ਕਰੋ ਲਿਸਟ ਆਫ ਹੈਡਿੰਗ ਦੇ ਵਿੱਚ, ਠੀਕ ਹੈ? ਤੁਹਾਡੇ ਜਿਹੜੇ ਵੀਕ ਆ ਸਭ ਤੋਂ ਜ਼ਿਆਦਾ ਕੀ ਆ, ਲਿਸਟ ਆਫ ਹੈਡਿੰਗਸ ਆ। ਤੁਸੀਂ ਕੀ ਕਰਨਾ ਆ, ਮੈਨੂੰ ਦੱਸੋ ਕਿ ਆਪਾਂ ਨੂੰ ਲਿਸਟ ਆਫ ਹੈਡਿੰਗ ਦੇ ਵਿੱਚ ਪ੍ਰੋਬਲਮ ਆਉਂਦੀ ਆ, ਆਪਾਂ ਉਹ ਡਿਸਕਸ ਕਰਾਂਗੇ ਕਲਾਸ ਦੇ ਵਿੱਚ। ਉਹੀ ਟਾਈਪ ਨੂੰ ਡਿਸਕਸ ਕਰਾਂਗੇ ਜਿਹਦੇ ਵਿੱਚ ਤੁਹਾਨੂੰ ਪ੍ਰੋਬਲਮ ਆਉਂਦੀ ਆ, ਠੀਕ ਹੈ? ਦੈਨ ਤੁਸੀਂ ਉਸ ਦਿਨ ਸਿਰਫ ਲਿਸਟ ਆਫ ਹੈਡਿੰਗ ਦੇ 5 ਕੁਐਸਚਨ ਸੋਲਵ ਕਰਨੇ ਆ, ਜਸਟ 5। ਦੈਨ ਤੁਸੀਂ ਮੈਨੂੰ ਮੈਸੇਜ ਕਰ ਦੇਣਾ ਆ ਕਿ ਮੈਮ ਸਾਡੇ ਇੰਨੇ ਕਰੈਕਟ ਹੋਏ ਆ, ਇੰਨੇ ਰੋਂਗ ਹੋਏ ਆ। ਫਿਰ ਉਸ ਤੋਂ ਬਾਅਦ ਮੈਂ ਤੁਹਾਨੂੰ ਰੈਕਟੀਫਾਈ ਕਰਕੇ ਦੇਵਾਂਗੀ ਕਿ ਤੁਹਾਡੇ ਕਿਉਂ ਰੋਂਗ ਹੋਏ ਆ, ਕੀ ਰੀਜ਼ਨ ਸੀ, ਤੁਸੀਂ ਕਿਉਂ ਇਹਦਾ ਜਿਹੜਾ ਆਨਸਰ ਆ ਉਹ ਰੋਂਗ ਪਿਕ ਕੀਤਾ ਆ, ਠੀਕ ਹੈ? ਕਿਉਂਕਿ ਤੁਸੀਂ ਆਪਣੇ ਵੀਕ ਪੁਆਇੰਟ ਦੇ ਉੱਤੇ ਫੋਕਸ ਕਰਿਆ ਕਰੋ, ਨਰਵਸਨੈਸ ਨਹੀਂ ਕਰਨੀ ਆ, ਕੰਸਨਟ੍ਰੇਸ਼ਨ ਦੇ ਨਾਲ ਰੀਡਿੰਗ ਕਰਿਆ ਕਰੋ। ਹੁਣ ਤੁਸੀਂ ਮੇਰੀ ਕਲਾਸਿਸ ਨੂੰ ਜੁਆਇਨ ਕਰ ਲਿਆ ਨਾ, ਇੰਟਰਸਟ ਦੇਖਿਓ ਆਟੋਮੈਟਿਕਲੀ ਤੁਹਾਡਾ ਡਿਵੈਲਪ ਹੋਣਾ ਸ਼ੁਰੂ ਹੋ ਜਾਏਗਾ। ਕਲਾਸ ਦੇ ਵਿੱਚ ਬੋਰਿੰਗ ਫੀਲ ਤੁਹਾਨੂੰ ਕਦੀ ਨਹੀਂ ਹੋਏਗਾ, ਇਹ ਗੱਲ ਦੀ ਸ਼ੋਰਿਟੀ ਆ, ਠੀਕ ਆ? ਅਤੇ ਜੇ ਹੋਰ ਵੀ ਕੋਈ ਪ੍ਰੋਬਲਮ ਹੈਗੀ ਆ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ, ਬਟ ਹੁਣ ਆਪਾਂ ਡਿਸਕਸ ਕਰਨਾ ਹੀ ਹੈਗਾ ਟਰੂ ਫਾਲਸ ਨਾਟ ਗਿਵਨ, ਅੱਜ ਆਪਾਂ ਡਿਸਕਸ ਕਰਨੇ ਆ। ਦੈਨ ਕੱਲ੍ਹ ਆਪਾਂ MCQs ਨੂੰ ਕਰਾਂਗੇ। ਜੋ ਮੈਂ ਟਿਪਸ ਦੱਸੀਆਂ ਆ ਉਹਨੂੰ ਜ਼ਰੂਰ ਅਪਲਾਈ ਕਰਕੇ ਦੇਖਿਓ, ਤੁਹਾਨੂੰ ਉਹਦੇ ਵਿੱਚ ਬਹੁਤ ਇੰਪਰੂਵਮੈਂਟ ਮਿਲੂਗੀ ਤੁਹਾਡੇ ਬੈਂਡ ਸਕੋਰ ਵਿੱਚ, ਠੀਕ ਹੈ? ਸੋ ਹੁਣ ਆਪਾਂ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ ਨੂੰ। ਆਈ ਹੋਪ ਹੈ ਤੁਹਾਨੂੰ ਥੋੜ੍ਹਾ ਜਿਹਾ ਤਾਂ ਪਤਾ ਲੱਗਾ ਹੋਣਾ ਆ ਕਿ ਤੁਹਾਡੇ ਕੀ ਵੀਕ ਪੁਆਇੰਟ ਆ, ਤੁਸੀਂ ਕਿਉਂ ਤੁਹਾਡਾ ਜਿਹੜੇ ਰੀਡਿੰਗ ਆ ਉਹਦੇ ਵਿੱਚੋਂ 5.5 ਹੀ ਹਮੇਸ਼ਾ ਰਹਿ ਜਾਂਦੇ ਆ। ਸੋ ਗਾਈਜ਼, ਇਹ ਗੱਲ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਹੈਗਾ ਆ
कि हमेशा एक टीचर नूं फॉलो करना आ। हमेशा मैं कहनी हुन्नी आ कि एक टीचर नूं फॉलो करया करो, क्योंकि हर एक टीचर दी जिहड़ी टिप एंड ट्रिक हुंदी आ वो डिफरेंट हुंदी आ। बच्चे की करदे आ 3-4 टीचर दे टिप्स एंड ट्रिक्स नूं अप्लाई करन दी कोशिश करदे आ, ठीक है। वो 3-4 टीचर्स दे टिप्स एंड ट्रिक्स नूं अप्लाई करन दी कोशिश करदे आ, दैन की हुंदी आ कन्फ्यूजन हुंदी आ। वो एक भी टीचर दे टिप नूं प्रिसाइज वे नाल यूज़ नहीं करदे आ, क्योंकि वो 3-4 टीचर्स नूं फॉलो करदे आ, जो कि बिल्कुल ही रॉन्ग आ। मेरे अकॉर्डिंग हमेशा एक ही अपना टीचर रखा करो, ठीक है, उन्होंने ही फॉलो करो तो इंप्रूवमेंट भी हो जानी आ। ज़्यादा टीचर्स नूं फॉलो ना करो, क्योंकि उहदा जिहड़ा डिलीटेरियस इंपैक्ट आ वो तुहाडे बैंड स्कोर उत्ते ही पैना आ, ठीक है। एक टीचर नूं फॉलो करो फ्री माइंड दे नाल, ते जिवें मैं दस्सिया कि किवें ट्रांसफर करने आ उवें आंसरस नूं ट्रांसफर करिया करो, तां इंप्रूवमेंट तुहानूं जिहड़ी आ वो मिल जूगी, ठीक है। तो हुण आपां स्टार्ट करदे आ अज दा अपना लैक्चर।